राजधानी थोड़ी नू हो आई ते जट आया माड़ा नहीं दस दे जाके मोटी नू पिछले कुछ टाइम तो खेती के ऑर्डीनेंसां ते धरने मुजाहरे चल रहे हैं। पंजाबी इंडस्ट्री के काफ़ी ਵੱਡੇ कलाकारां ने भी इन्हां धरनिਆਂ 'ਚ शिरकत की। मेरे प्यो नूं कणक वढ़दे नूं कढ़दे नूं मैं 77-78 च कनेडा जाण ਤੋਂ ਪਹਿਲਾਂ ਬਕਾਇਦਾ खेती करदे ने देखिया। किसानां दे पुत्तां ते साडा फर्ज बनदा ते जे साडे बॉलर किन्ने सानूं देखणगे उत्थे तक गल कुछ ना कुछ पहुंचण दी कोशिश करूं। रोज़ जिन्ना चिर ये बिल वापस नहीं ले जाणगे उन्ना चिर आपां रोज़ इस जिहड़ा विद्रोह चल रहा है प्रोटेस्ट आपां कर इन्होंने ना वीडियो सिस्टम करवाया वो सारा का जम चढ़ा करके राय सभा की भी बंद नहीं करता कि एक बड़ी सारे लोकतंत्र को कोई बच सकती है। ਉਂਝ ਤਾਂ ਸਾਰਿਆਂ ਨੂੰ ਮੋਟਾ ਪਤਾ ਹੀ ਹੈ ਕਿ ਬਈ ਸਮੇਂ ਦੀਆਂ ਸਰਕਾਰਾਂ ਨੇ ਕਿਸੇ ਨਾ ਕਿਸੇ ਢੰਗ ਨਾਲ ਕਿਸਾਨਾਂ ਦਾ ਵਿਰੋਧ ਤੇ ਕਾਰਪੋਰੇਸ਼ਨਾਂ ਦਾ ਫਾਇਦਾ ਕਰਨਾ ਹੀ ਹੁੰਦਾ। ਪਰ ਆਓ ਜਾਣ ਲਈਏ ਕਿ ਇਸ ਵਾਰ ਦਾ ਮੁੱਦਾ ਆਰਡੀਨੈਂਸਾਂ ਦਾ ਹੈ ਕੀ। ਤਾਂ ਜੋ ਧਰਨੇ ਤੇ ਬੈਠੇ ਤੇ ਕੋਈ ਬੁੱਧੀਜੀਵੀ ਜਾਂ ਮੀਡੀਆ ਜਿਹੜਾ ਮੱਥਾ ਲਾਉਣ ਆਈ ਜਾਵੇ ਤਾਂ ਆਪਣੇ ਕੋਲ ਹੋਣ ਸਾਰੇ ਜਵਾਬ। ਪਹਿਲਾਂ ਆਪਾਂ ਜਾਣ ਲਈਏ ਵੀ ਸਾਰੇ ਮਸਲੇ ਦੀ ਪਿੱਠ ਭੂਮੀ ਹੈ ਕੀ। ਅੰਗਰੇਜ਼ਾਂ ਦੇ ਰਾਜ ਵਿੱਚ ਕਪਾਹ ਜਾਂ ਨਰਮਾ ਬਹੁਤ ਹੀ ਮਹੱਤਵਪੂਰਨ ਫਸਲ ਸੀ, ਕਿਉਂ ਜੋ ਉਹਨਾਂ ਨੇ ਇਹ ਫਸਲ ਮੈਨਚੈਸਟਰ ਵਿੱਚ ਚੱਲਦੀਆਂ ਆਪਣੀਆਂ ਮਿੱਲਾਂ ਤੱਕ ਟਾਈਮ ਟੂ ਟਾਈਮ ਪਹੁੰਚਾਉਣੀ ਹੁੰਦੀ ਸੀ। ਕਿਸਾਨ ਨੂੰ ਉਤਸ਼ਾਹਿਤ ਕੀਤਾ ਜਾਏ ਕਿ ਉਹ ਨਰਮੇ ਦੀ ਫਸਲ ਬੀਜੇ, ਇਸ ਲਈ ਜ਼ਰੂਰੀ ਸੀ ਕਿ ਫਸਲਾਂ ਦੇ ਰੇਟਾਂ ਨੂੰ ਪਹਿਲਾਂ ਹੀ ਤੈਅਸ਼ੁਦਾ ਕਰ ਦਿੱਤਾ ਜਾਵੇ ਅਤੇ ਖਰੀਦਣ ਵੇਚਣ ਦੀ ਪ੍ਰਣਾਲੀ ਦਾ ਧਾਂਦਲੀਕਰਨ ਖਤਮ ਕੀਤਾ ਜਾਵੇ। ਇਸ ਲਈ ਪਹਿਲੀ ਰੈਗੂਲੇਟਡ ਮਾਰਕੀਟ, ਪੰਜਾਬੀ ਭਾਸ਼ਾ 'ਚ ਕਹੀਏ ਤਾਂ ਮੰਡੀ, ਹੈਦਰਾਬਾਦ ਵਿੱਚ ਸਨ 1886 ਵਿੱਚ ਬਣੀ ਅਤੇ ਪਹਿਲਾ ਰੈਗੂਲੇਸ਼ਨ 1887 'ਚ ਬਣਿਆ, ਬਰਾਰ ਕਾਟਨ ਅਤੇ ਗ੍ਰੇਨ ਮੰਡੀ ਐਕਟ। ਇਸ ਤੋਂ ਬਾਅਦ ਭਾਰਤ ਦੇਸ਼ ਆਜ਼ਾਦ ਹੋ ਗਿਆ ਅਤੇ ਫਿਰ ਦੇਸ਼ ਦੀ ਭੁੱਖਮਰੀ ਨੂੰ ਖਤਮ ਕਰਨ ਲਈ ਅਤੇ ਦੇਸ਼ ਦੇ ਅੰਨਦਾਤਾ ਨੂੰ ਆਤਮ ਨਿਰਭਰ ਬਣਾਉਣ ਲਈ APMC ਐਕਟ ਲਿਆਂਦਾ ਗਿਆ। APMC ਐਕਟ ਇੱਕ ਵੱਡਾ ਕਾਰਨ ਬਣਿਆ ਦੇਸ਼ ਵਿੱਚ ਹਰੀ ਕ੍ਰਾਂਤੀ ਲਿਆਉਣ ਪਿੱਛੇ। APMC ਐਕਟ ਮਤਲਬ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਐਕਟ, ਜਾਂ ਆਮ ਭਾਸ਼ਾ 'ਚ ਕਹੀਏ ਪੰਜਾਬ ਰਾਜ ਮੰਡੀ ਬੋਰਡ ਦਾ ਗਠਨ, ਜੋ ਕਿ ਸਨ 1861 ਵਿੱਚ ਹੋਇਆ। ਇਹੋ ਜਿਹੇ ਮੰਡੀ ਬੋਰਡ ਹਰ ਇੱਕ ਰਾਜ ਵਿੱਚ ਬਣਾਏ ਗਏ ਜਿਹਦੇ ਵਿੱਚ MSP ਜਾਂ ਮਿਨੀਮਮ ਸਪੋਰਟ ਪ੍ਰਾਈਸ ਦਾ ਵਾਅਦਾ ਸਭ ਤੋਂ ਮੁੱਖ ਸੀ। MSP ਉਸ ਰਕਮ ਨੂੰ ਕਹਿੰਦੇ ਆ ਜਿਹੜੀ ਘੱਟੋ ਘੱਟ ਕਿਸਾਨ ਨੂੰ ਮਿਲੇਗੀ ਹੀ ਮਿਲੇਗੀ ਜੋ ਮੰਡੀ ਵਿੱਚ ਆਪਣੀ ਫਸਲ ਨੂੰ ਵੇਚਦਾ ਹੈ। ਇਸ ਰਕਮ ਦਾ ਪ੍ਰਬੰਧ ਜੇ ਕੋਈ ਟਰੇਡਰ ਨਹੀਂ ਕਰ ਪਾਉਂਦਾ ਤਾਂ ਸਰਕਾਰ ਕਰਦੀ ਹੈ। ਦੋਸਤੋ, ਇਹਨਾਂ ਮੰਡੀਆਂ ਦੇ ਵੀ ਬਹੁਤ ਸਮੱਸਿਆਵਾਂ ਨੇ, ਜਿਵੇਂ ਕਿ ਲਾਇਸੈਂਸ ਰਾਜ, ਜਿਹਦੇ ਵਿੱਚ ਕਰਪਸ਼ਨ ਕਰਕੇ ਕੁਝ ਗਿਣਵੇਂ ਚੁਣਵੇਂ ਬੰਦਿਆਂ ਨੂੰ ਹੀ ਟਰੇਡਰ ਹੋਣ ਦਾ ਲਾਇਸੈਂਸ ਮਿਲਦਾ ਹੈ, ਜਿਹਦੇ ਕਰਕੇ ਟਰੇਡਰਾਂ ਦੇ ਗੁੱਟ ਰੇਟਾਂ ਨੂੰ ਆਪ ਦੇ ਹਿਸਾਬ ਨਾਲ ਸੈੱਟ ਕਰ ਲੈਂਦੇ ਨੇ। ਸੋ ਨਿਸ਼ਚਿਤ ਹੀ ਮੰਡੀ ਦੀਆਂ ਸਮੱਸਿਆਵਾਂ ਨੇ, ਬਟ ਉਹਨਾਂ ਕਰਕੇ ਮੰਡੀ ਹੀ ਬੰਦ ਕਰ ਦਿੱਤੀ ਜਾਵੇ ਇਹ ਤਾਂ ਕੋਈ ਹੱਲ ਨਹੀਂ ਨਾ ਹੋਇਆ। ਹੁਣ ਆਈਏ 3 ਆਰਡੀਨੈਂਸਾਂ 'ਤੇ। ਦੋਸਤੋ, ਪਹਿਲੀ ਗੱਲ ਤਾਂ ਇਹ ਤਿੰਨੋਂ ਆਰਡੀਨੈਂਸ ਨਹੀਂ ਰਹੇ। ਹੁਣ ਜਦੋਂ ਪਾਰਲੀਮੈਂਟ ਸੈਸ਼ਨ 'ਚ ਨਾ ਹੋਵੇ ਅਤੇ ਕੋਈ ਐਕਟ ਬਣਾਉਣ ਦਾ ਮਤਾ ਰਾਸ਼ਟਰਪਤੀ ਨੇ ਦੇਣਾ ਹੋਵੇ ਤਾਂ ਉਸ ਮਤੇ ਨੂੰ ਆਰਡੀਨੈਂਸ ਕਿਹਾ ਜਾਂਦਾ। ਹੁਣ ਕਿਉਂ ਜੋ ਇਹ ਪਾਸ ਹੀ ਹੋ ਗਏ ਨੇ, ਇਹ ਤਾਂ ਹੁਣ ਐਕਟ ਬਣ ਚੁੱਕੇ ਹਨ। ਤਾਂ ਪਹਿਲਾ ਐਕਟ ਹੈ ਦ ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਪ੍ਰਮੋਸ਼ਨ ਐਂਡ ਫੈਸਿਲਿਟੇਸ਼ਨ ਐਕਟ 2020। ਅੰਗਰੇਜ਼ੀ ਵਿੱਚ ਇੰਨਾ ਔਖਾ ਨਾਮ ਰੱਖ ਲੈਂਦੇ ਆ ਵੀ ਬੰਦੇ ਦੇ ਊਂ ਜੀਭ ਨੂੰ ਗੰਢ ਪੈ ਜਾਏ। ਇਹਦਾ ਨਾਮ ਹੋਣਾ ਚਾਹੀਦਾ ਜਿੱਥੇ ਮਰਜ਼ੀ ਖਰੀਦੋ ਵਿੱਚੋਂ ਐਕਟ। ਇਹ ਐਕਟ ਦਰਅਸਲ ਵਿੱਚ ਕਹਿੰਦਾ ਹੈ ਕਿ ਟਰੇਡਰਾਂ ਨੇ ਜੇ ਪੰਜਾਬ ਰਾਜ ਮੰਡੀ ਬੋਰਡ ਦੀ ਉਲੀਕੀ ਜਗ੍ਹਾ ਤੋਂ ਬਾਹਰ ਵੀ ਖਰੀਦਣਾ ਵੇਚਣਾ ਹੋਵੇ ਤਾਂ ਉਹਨਾਂ ਟਰੇਡਰਾਂ ਨੂੰ ਪੂਰੀ ਆਜ਼ਾਦੀ ਹੈ, ਸਗੋਂ ਉਹਨਾਂ ਨੂੰ ਮੰਡੀ ਦੀ ਕੋਈ ਵੀ ਫੀਸ ਨਹੀਂ ਦੇਣੀ ਪਵੇਗੀ। ਸਰਕਾਰ ਕਹਿੰਦੀ ਹੈ ਵੀ ਇਹਦੇ ਨਾਲ ਲਾਇਸੈਂਸ ਰਾਜ ਖਤਮ ਹੋ ਜਾਵੇਗਾ ਅਤੇ ਬਹੁਤ ਸਾਰੇ ਟਰੇਡਰ ਆਉਣ ਨਾਲ ਫਸਲ ਦਾ ਮੁੱਲ ਵੀ ਵਧੀਆ ਮਿਲਿਆ ਕਰੇਗਾ। ਪਰ ਜੇ ਕੋਈ ਪੁੱਛਣ ਵਾਲਾ ਹੋਵੇ ਕਿ ਤੁਸੀਂ MSP ਨੂੰ ਕਾਨੂੰਨਨ ਕਰ ਦਿਓ, ਚਾਹੇ ਬੰਦਾ ਮੰਡੀ ਦੇ ਅੰਦਰ ਵੇਚੇ ਜਾਂ ਬਾਹਰ, ਕਿਸਾਨ ਨੂੰ ਆਪਣਾ ਮੁੱਲ ਮਿਲ ਜੇ, ਪਰ ਇਹਨਾਂ ਦੀ ਨੀਅਤ ਇੱਥੋਂ ਸਾਫ਼ ਹੋ ਜਾਂਦੀ ਹੈ ਕਿ ਇਹ ਇਸ ਦੇ ਲਈ ਬਿਲਕੁਲ ਰਾਜ਼ੀ ਨਹੀਂ ਹੈ। ਮਤਲਬ ਇਹ ਚਾਹੁੰਦੇ ਨੇ ਕਿ ਖਰੀਦੋ ਫੋਕ ਮੰਡੀ ਤੋਂ ਬਾਹਰ ਸ਼ੁਰੂ ਹੋ ਜਾਏ ਅਤੇ ਹੌਲੀ ਹੌਲੀ ਕਰਕੇ ਮੰਡੀ ਬੋਰਡ ਹੀ ਖਤਮ ਹੋ ਜਾਏ। ਦੂਜਾ ਐਕਟ ਦ ਫਾਰਮਰਸ ਐਮਪਾਵਰਮੈਂਟ ਐਂਡ ਪ੍ਰੋਟੈਕਸ਼ਨ ਐਗਰੀਮੈਂਟ ਔਨ ਪ੍ਰਾਈਸ ਅਸ਼ੋਰੈਂਸ ਐਂਡ ਫਾਰਮ ਸਰਵਿਸਿਜ਼। ਇਹਦਾ ਨਿਕਨੇਮ ਰੱਖਦੇ ਆਪਾਂ ਕੰਟਰੈਕਟ ਫਾਰਮਿੰਗ ਐਕਟ। ਇਹ ਸਿੱਧਾ ਵੱਡੀਆਂ ਕਾਰਪੋਰੇਟ ਕੰਪਨੀਆਂ ਨੂੰ ਨਿਯੁਕਤਾ ਕਿ ਉਹ ਕਿਸਾਨਾਂ ਨਾਲ 5 ਸਾਲਾਂ ਤੱਕ ਦਾ ਕੰਟਰੈਕਟ ਕਰ ਸਕਦੀਆਂ ਨੇ ਅਤੇ ਕੰਟਰੈਕਟਾਂ ਨੂੰ ਬਣਾਉਣ ਜਾਂ ਲਾਗੂ ਕਰੇ ਰੱਖਣ ਵਿੱਚ ਪੰਜਾਬ ਰਾਜ ਮੰਡੀ ਦੀ ਕੋਈ ਭੂਮਿਕਾ ਨਹੀਂ ਹੋਵੇਗੀ। ਹੁਣ ਤੁਸੀਂ ਆਪੇ ਹਿਸਾਬ ਲਾ ਲਓ ਕਿ ਜੇ ਕਿਸੇ ਕਿਸਾਨ ਦਾ ਕਿਸੇ ਵੱਡੀ ਕੰਪਨੀ ਨਾਲ 5 ਸਾਲੀ ਕੰਟਰੈਕਟ ਹੋ ਵੀ ਗਿਆ ਤਾਂ ਉਹ ਕੰਪਨੀ ਆਪਣੀ ਸ਼ਰਤਾਂ ਪੂਰੀ ਕਰੇ, ਇਹਦੇ ਲਈ ਮੰਡੀ ਬੋਰਡ ਕੁਝ ਨਹੀਂ ਕਰ ਸਕਦਾ। ਅਤੇ ਸਾਰਿਆਂ ਨੂੰ ਪਤਾ ਜੇ ਕਿਸਾਨ ਦਾ ਕੋਰਟ 'ਚ ਮੁਕਾਬਲਾ ਹੋਵੇ ਕਰਬਾਂ ਡਾਲਰ ਵਾਲੀ ਕੰਪਨੀ ਨਾਲ ਤਾਂ ਉਹਦੇ ਹੱਕ ਤਾਂ ਉਹਨੂੰ ਪੱਕਾ ਹੀ ਮਿਲ ਜਾਣਗੇ। ਤੀਜਾ ਐਕਟ ਦ ਅਮੈਂਡਮੈਂਟ ਟੂ ਦ ਐਸੈਂਸ਼ੀਅਲ ਕਮੋਡਿਟੀਜ਼ ਐਕਟ 1955। ਇਹਦੇ ਅੰਡਰ ਕਣਕ, ਝੋਨੇ ਜਾਂ ਗੰਨੇ
ਵਰਗੀਆਂ ਜ਼ਰੂਰੀ ਫਸਲਾਂ ਨੂੰ ਜ਼ਰੂਰੀ ਵਸਤਾਂ ਦੀ ਜਿਹੜੀ ਸਰਕਾਰੀ ਸੂਚੀ ਹੈ ਉਸ ਚੋਂ ਕੱਢ ਦਿੱਤਾ ਗਿਆ ਹੈ। ਸੈਂਟਰਲ ਸਰਕਾਰ ਕਹਿ ਰਹੀ ਹੈ ਕਿ ਇਹ ਐਕਟ ਜਨਤਾ ਨੂੰ ਜਿੱਥੇ ਮਰਜ਼ੀ ਫਸਲ ਉਗਾਉਣ, ਵੇਚਣ ਜਾਂ ਸਟੋਰ ਕਰਨ ਦੀ ਆਜ਼ਾਦੀ ਦਿੰਦਾ, ਪਰ ਅਸਲ ਵਿੱਚ ਇਹ ਤਾਂ ਸੂਬਾ ਸਰਕਾਰਾਂ ਤੋਂ ਪਾਵਰਾਂ ਖੋਹਣ ਦਾ ਐਕਟ ਹੈ। ਕਿਸਾਨਾਂ ਦੇ ਉੱਪਰ ਜੇ ਕੋਈ ਵੀ ਤਸ਼ੱਦਦ ਹੁੰਦਾ ਹੈ ਫਸਲ ਦੀਆਂ ਰੇਟਾਂ ਨੂੰ ਲੈ ਕੇ, ਤਾਂ ਉਹਦੇ ਵਿੱਚ ਸੂਬਾ ਸਰਕਾਰ ਵੀ ਕੋਈ ਲਾਅ ਪਾਸ ਕਰਕੇ ਉਹ ਸਾਰੇ ਮਸਲੇ ਨੂੰ ਸੈੱਟ ਨਹੀਂ ਕਰ ਸਕਦੀ। ਸੋ ਇਹ ਨੇ ਜੀ 3 ਐਕਟ। ਤਿੰਨਾਂ ਨੂੰ ਜੋੜ ਕੇ ਦੇਖੋ, ਪੂਰਾ ਸਾਫ਼ ਹੈ ਕਿ ਕਾਰਪੋਰੇਟ ਅਦਾਰਿਆਂ ਨੂੰ ਨਿਯੁਕਤਾ ਦਿੱਤਾ ਜਾ ਰਿਹਾ ਕਿ ਉਹ ਕਿਸਾਨਾਂ ਨੂੰ ਹੋਰ ਲੁੱਟਣ। ਇਹ ਸਾਰੇ ਐਕਟ ਮੋਦੀ ਸਰਕਾਰ ਦੇ ਆਤਮ ਨਿਰਭਰ ਪੈਕੇਜ ਥੱਲੇ ਆਏ ਨੇ। ਸਰਕਾਰ ਕਿਸਾਨਾਂ ਨੂੰ ਆਤਮ ਨਿਰਭਰ ਕਰਨ ਲਈ ਉਹਨਾਂ ਦੀਆਂ ਸਾਰੀਆਂ ਸਪੋਰਟਾਂ ਖੋਹ ਕੇ ਉਹਨਾਂ ਨੂੰ ਖੁੱਲ੍ਹੀ ਮੰਡੀ ਵਿੱਚ ਸੁੱਟਣਾ ਚਾਹੁੰਦੀ ਹੈ। ਉਦਾਹਰਨਾਂ ਅਮਰੀਕਾ ਤੇ ਯੂਰਪ ਦੀਆਂ ਦਿੱਤੀਆਂ ਜਾ ਰਹੀਆਂ ਨੇ, ਪਰ ਕੋਈ ਪੁੱਛਣ ਵਾਲਾ ਹੋਵੇ ਜੇ ਖੁੱਲ੍ਹੀ ਮੰਡੀ ਕਿਸਾਨਾਂ ਦੇ ਇੰਨੀ ਹੱਕ 'ਚ ਹੈ ਤਾਂ ਅਮਰੀਕਾ ਦੀ ਕਿਸਾਨੀ ਦੀ ਸਮੱਸਿਆ ਹਾਲੇ ਤੀਕ ਹੱਲ ਕਿਉਂ ਨਹੀਂ ਹੋਈ? ਹਾਲੇ ਵੀ ਅਮਰੀਕਾ ਦੀ ਸਰਕਾਰ ਨੂੰ ਸਬਸਿਡੀਆਂ ਦੇ ਇੰਜੈਕਸ਼ਨ ਲਾ ਕੇ ਹਰ ਸਾਲ ਉੱਥੇ ਦੀ ਕਿਸਾਨੀ ਨੂੰ ਬਚਾਉਣਾ ਕਿਉਂ ਪੈਂਦਾ? ਚੰਗਾ ਦੋਸਤੋ, ਇਹੋ ਜਿਹੀਆਂ ਹੋਰ ਵੀਡੀਓਜ਼ ਲਈ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ।